हाँ जी, सत श्री अकाल दोस्तों, ਤੁਹਾਡਾ ਸਾਰਿਆਂ ਦਾ ਸਵਾਗਤ ਆ। ਸੋ ਅੱਜ ਆਪਾਂ ਜੀ ਕੰਪਿਊਟਰ ਦੇ ਮੋਸਟ ਇੰਪੋਰਟੈਂਟ ਕੁਐਸਚਨ ਕਰਨ ਜਾ ਰਹੇ ਹਾਂ ਜੀ। ਠੀਕ ਆ ਜੀ, ਇਹ ਫੰਡਾਮੈਂਟਲ ਨੇ, ਜਿਹੜੀ ਬੇਸਿਕ ਫੰਡਾਮੈਂਟਲ ਨੇ ਉਹ ਤੁਹਾਨੂੰ ਅੱਜ ਆਪਾਂ ਸਾਰਾ ਨਿਚੋੜ ਜੀ ਕਰਾਵਾਂਗੇ, ਉਹਦੀ ਸਮਝਾਵਾਂਗੇ ਵੀ। ਅਤੇ ਜਿਹੜੇ ਬੱਚੇ ਵੀ ਟੈਸਟ ਦੇਣਾ ਚਾਹੁੰਦੇ ਹਨ ਟੈਸਟ ਦੇ ਲਓ, ਕਿਉਂਕਿ ਪੇਪਰ ਤੁਹਾਡੇ ਨਵੇਂ ਆ ਗਏ, ਤੁਹਾਨੂੰ ਵੀ ਪਤਾ ਲੱਗੇ ਤੁਸੀਂ ਕਿੰਨੇ ਕੁ ਪਾਣੀ 'ਚੋਂ। ਠੀਕ ਆ ਬਈ, ਪਰ ਜਿਹੜੇ ਵੀ ਬੱਚੇ ਟੈਸਟ ਦੇਣਗੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਕਿ ਪ੍ਰੇਸ਼ਨ ਤੁਸੀਂ ਕਰ ਲਿਆ ਕਰੋ ਭਾਵੇਂ ਦੀ ਛਣਾ, ਪਰ ਸਮਝ ਵੀ ਲਿਆ ਕਰੋ ਬਾਅਦ 'ਚੋਂ। ਤੁਹਾਨੂੰ ਇਹੋ ਜਿਹੇ 20 ਪ੍ਰੇਸ਼ਨ ਕਰਾਊਂ, ਪਰ 20 ਤਾਂ ਬਈ ਨਾਮ ਹੀ ਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੁਹਾਨੂੰ 20 ਤੋਂ 50 ਬਣ ਜਾਣਗੇ, ਤੁਹਾਨੂੰ ਇਸ ਤਰੀਕੇ ਨਾਲ ਸਮਝਾਊਂਗਾ। ਠੀਕ ਆ ਵੀ, ਜੇ ਧਿਆਨ ਨਾਲ ਸੁਣੋਗੇ 20 ਤੋਂ 50 ਪ੍ਰੇਸ਼ਨ ਬਣ ਜਾਣਗੇ। ਇਸ ਕਰਕੇ ਵੀ ਧਿਆਨ ਨਾਲ ਸੁਣ ਲਿਓ, ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਅਤੇ ਲਾਸਟ ਤੱਕ ਦੇਖ ਲਿਓ। ਠੀਕ ਹੈ ਜੀ, ਤਾਂ ਚਲੋ ਜੀ ਫਿਰ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਹਾਂਜੀ, ਪਹਿਲਾ ਪ੍ਰਸ਼ਨ ਦੇਖੋ ਜੀ, ਪਹਿਲੀ ਜਨਰੇਸ਼ਨ ਦੇ ਕੰਪਿਊਟਰ ਕਦੋਂ ਬਣਾਏ ਗਏ ਸਨ? ਹਾਂ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਤਾਂ ਤੁਹਾਡਾ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜੂ। ਠੀਕ ਆ ਜੀ, 1940 ਤੋਂ 1956। ਇਹ ਬਈ ਤੁਸੀਂ ਐਂ ਨਾ ਕਹੋ ਵੀ ਅਸੀਂ ਤਾਂ ਇੰਨਾ ਪੜ੍ਹਿਆ ਹੋਇਆ ਇੰਨਾ ਪੜ੍ਹਿਆ ਹੋਇਆ। ਇਹ ਵੱਖ-ਵੱਖ ਕਿਤਾਬਾਂ ਵਿੱਚ ਵੱਖ-ਵੱਖ ਆ। ਠੀਕ ਆ ਵੀ, ਹਰੇਕ ਕਿਤਾਬ ਵਿੱਚ ਹਰੇਕ ਵੱਖ-ਵੱਖ ਆ। ਮੈਂ 2-3 ਦੇਖਿਆ ਅਤੇ ਇੰਟਰਨੈਟ ਸਭ ਕਿਤੇ ਸਰਚ ਮਾਰਿਆ ਤਾਂ ਮੈਨੂੰ ਆਹ ਸਹੀ ਲੱਗਿਆ। ਠੀਕ ਆ ਵੀ, ਤਾਂ ਆਹ ਸਹੀ ਲੱਗਿਆ, ਤੁਹਾਨੂੰ ਉਹੀ ਦੱਸਦਾ। ਪਹਿਲੀ ਦੇ ਕਦੋਂ ਬਣਾਏ ਗਏ ਸਨ? 1940 ਤੋਂ ਲੈ ਕੇ 1956 ਤੱਕ। ਠੀਕ ਆ ਜੀ, ਅਤੇ ਦੂਸਰੀ ਜਨਰੇਸ਼ਨ ਦੇ ਕਦੋਂ ਬਣਾਏ ਗਏ ਸਨ? 1956 ਤੋਂ 1963 ਤੱਕ। ਠੀਕ ਆ ਜੀ, ਅਤੇ ਤੀਸਰੀ ਜਨਰੇਸ਼ਨ ਦੇ ਕੰਪਿਊਟਰ ਕਦੋਂ ਬਣਾਏ ਗਏ ਸਨ? 1964 ਤੋਂ 1971 ਤੱਕ। ਠੀਕ ਆ ਬਈ, ਬਸ ਕੀ ਜ਼ਿਆਦਾ ਇੱਥੋਂ 56 ਤੋਂ 57 ਚੱਕ ਲੈਣਾ। ਜੇ ਤੁਹਾਨੂੰ ਮਾੜਾ ਮੋਟਾ ਪੇਪਰ 'ਚ 1-2 ਸਾਲ ਬਦਲ ਕੇ ਵੀ ਆ ਗਿਆ, ਤੁਹਾਨੂੰ ਫਿਰ ਆ ਨਹੀਂ ਆਊਗਾ 1940 ਨਹੀਂ ਆਊਗਾ, ਤੁਸੀਂ ਸਮਝ ਹੀ ਜਾਓਗੇ। ਤੁਹਾਨੂੰ 40 ਤੋਂ 42 ਐਵੇਂ ਕੋਈ ਨਾ ਆਊਗਾ, ਜਾਂ ਤਾਂ ਫਿਰ ਇਹ ਆ ਜੂ, ਫਿਰ ਜਾਂ 42 ਆ ਜੂ, ਜਾਂ 49 ਆ ਜੂ, ਇਹੀ ਆ ਜੂ। ਠੀਕ ਆ, ਇਸ ਕਰਕੇ ਆਪਾਂ ਅਪਰੋਕਸੀਮੇਟ ਤਾਂ ਜ਼ਿਆਦਾ ਆਹੀ ਰੱਖਣਾ, 1940 ਤੋਂ 1956, 1957 ਤੋਂ 1963, 1964 ਤੋਂ 1971 ਇਹ ਯਾਦ ਰੱਖਣਾ। ਹਾਂ ਭਈ, ਅਤੇ ਪਹਿਲੀ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕਿਹੜੀ ਚੀਜ਼ਾਂ ਦੀ ਵਰਤੋਂ ਹੋਈ ਸੀ? ਜਿਹੜੀ ਆਪਣੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਸੀ ਇਹਨਾਂ ਵਿੱਚ ਵੀ ਵੈਕਿਊਮ ਟਿਊਬਾਂ ਦੀ ਵਰਤੋਂ ਹੋਈ ਸੀ। ਠੀਕ ਆ ਵੀ, ਵੱਡੀ ਵੱਡੀ ਹੁੰਦੀ ਡਾਟਾ ਫਲੋ ਲਈ ਵੈਕਿਊਮ ਟਿਊਬਾਂ ਦੀ ਵਰਤੋਂ ਹੋਈ ਸੀ। ਅਤੇ ਬਈ ਇਹਨਾਂ ਵਿੱਚ ਮੈਗਨੈਟਿਕ MD ਲਿਖਦਾ ਮਰੇ ਮੈਗਨੈਟਿਕ ਡਰਮਾਂ ਦੀ ਵਰਤੋਂ ਹੋਈ ਸੀ। ਇਹ ਡਾਟਾ ਸਟੋਰ ਕਰਨ ਲਈ ਹੋਈ ਸੀ ਮੈਗਨੈਟਿਕ ਡਰਮਾਂ ਦੀ। ਠੀਕ ਆ ਬਈ, ਚੁੰਬਕ ਦੇ ਹੁੰਦੇ ਮੈਗਨੈਟਿਕ ਬੜੇ ਬੜੇ ਗੋਲ ਗੋਲ ਜਿਹੇ ਤਾਰਾਂ ਜਿਹੀ ਲੱਗੀਆਂ ਹੋਈਆਂ। ਠੀਕ ਆ, ਉਹ ਹੁੰਦੇ ਹਨ ਮੈਗਨੈਟਿਕ ਡਰਮਾਂ ਦੀ ਵਰਤੋਂ ਹੋਈ ਸੀ। ਜਿਹੜੇ ਆਪਣੇ ਦੂਸਰੀ ਜਨਰੇਸ਼ਨ ਦੇ ਕੰਪਿਊਟਰ ਹਨ ਇਹਨਾਂ ਵਿੱਚ ਵਰਤੋਂ ਹੋਈ ਸੀ ਬਈ, ਔਰ ਮੈਂ ਟੀ ਲਿਖਦਾ, ਟੀ ਟਰਾਂਜਿਸਟਰਾਂ ਦੀ ਵਰਤੋਂ ਹੋਈ ਸੀ। ਠੀਕ ਆ ਬਈ, ਇਹਨਾਂ ਵਿੱਚ ਟਰਾਂਜਿਸਟਰਾਂ ਦੀ ਵਰਤੋਂ ਹੋਈ ਸੀ ਦੂਜੀ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ। ਟਰਾਂਜਿਸਟਰ ਉਹ ਹੁੰਦੇ ਬਈ, ਹੁੰਦੇ ਨਹੀਂ ਮਦਰਬੋਰਡ 'ਤੇ ਦੇਖੇ ਹੋਣੇ ਤੁਸੀਂ, ਆਪਣੇ ਚੌਰਸ ਜਿਹਾ ਹੁੰਦਾ ਗਾ ਅਤੇ 2 ਤਾਰਾਂ ਜਿਹੀਆਂ ਨਿਕਲਦੀਆਂ ਹੁੰਦੀਆਂ ਨੇ, ਉਹ ਟਰਾਂਜਿਸਟਰ ਹੁੰਦੇ ਆ। ਠੀਕ ਆ ਜੀ, ਅਤੇ ਤੀਜੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਕਿਹਦੀ ਵਰਤੋਂ ਹੋਈ ਸੀ? ਇਹਨਾਂ ਵਿੱਚ ਬਈ ਇੰਟੀਗ੍ਰੇਟਰ, ਮੈਂ ਉਰੇ ਆਈ ਲਿਖ ਦੇਣਾ, ਇੰਟੀਗ੍ਰੇਟਰ ਸਰਕਟਾਂ ਦੀ ਵਰਤੋਂ ਹੋਈ ਸੀ। ਸਾਰੇ ਜਾਣੇ ਨੇ ਇਹ ਵੀ ਗੱਲ ਨੋਟ ਕਰ ਲਈ ਆ। ਠੀਕ ਆ, ਪਹਿਲੀ ਵਿੱਚ ਕੀ ਵੈਕਿਊਮ ਟਿਊਬਾਂ ਅਤੇ ਮੈਗਨੈਟਿਕ ਡਰਮਾਂ ਦੀ, ਅਤੇ ਦੂਸਰੀ ਵਿੱਚ ਕਿਹਦੀ ਹੋਈ ਸੀ ਵਰਤੋਂ? ਟਰਾਂਜਿਸਟਰਾਂ ਦੀ ਹੋਈ ਸੀ। ਤੀਸਰੀ ਵਿੱਚ ਇੰਟੀਗ੍ਰੇਟਰ ਸਰਕਟਾਂ ਦੀ ਵਰਤੋਂ ਹੋਈ ਸੀ। ਬਸ ਇਹ ਤੁਸੀਂ ਯਾਦ ਰੱਖਣਾ। ਅਤੇ ਚੌਥੀ ਜਨਰੇਸ਼ਨ ਦੇ ਕੰਪਿਊਟਰ ਕਦੋਂ ਬਈ, ਉਹਨਾਂ ਟਾਈਮਿੰਗ ਕੀ ਆ? ਉਹਦੀ ਟਾਈਮਿੰਗ ਮੰਨੀ ਜਾਂਦੀ ਹੁੰਦੀ ਹੈ, ਵੈਸੇ ਤਾਂ ਅਲੱਗ ਅਲੱਗ ਮੰਨੀ ਜਾਂਦੀ ਹੈ ਬਈ। ਮੈਂ ਤੁਹਾਨੂੰ ਅਪਰੋਕਸੀਮੇਟ ਦੱਸ ਦਾਂਗਾ, 1972 ਤੋਂ 2010 ਤੱਕ ਕਹਿੰਦੇ ਆ। ਠੀਕ ਆ ਬਈ, 1972 2010 ਤੱਕ, ਇਹ ਵੀ ਤੁਸੀਂ ਨੋਟ ਕਰ, 2010 ਤੱਕ ਕਹਿੰਦੇ ਆ। ਇਹ ਵੀ ਸਾਰੇ ਜਾਣੇ ਨੇ ਇਹ ਗੱਲਾਂ ਨੋਟ ਕਰ ਲੈਣੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲਾਂ ਨੇ। ਠੀਕ ਹੈ ਜੀ, ਚਲੋ ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਹਾਂਜੀ, ਪ੍ਰਸ਼ਨ ਨੰਬਰ 2 ਦੇਖੋ ਜੀ, ਦੂਜੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਸੀ? ਹਾਂਜੀ, ਕਿਹੜੀ ਭਾਸ਼ਾ ਦਾ ਕੀਤਾ ਗਿਆ ਸੀ? ਤਾਂ ਤੁਹਾਡਾ ਆਪਸ਼ਨ ਨੰਬਰ B ਅਸੈਂਬਲੀ ਲੈਂਗੁਏਜ ਦਾ ਬਿਲਕੁਲ ਰਾਈਟ ਆਨਸਰ। ਠੀਕ ਹੈ ਜੀ, ਬਿਲਕੁਲ ਰਾਈਟ ਆਨਸਰ। ਅਤੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਕਿਹੜੀ ਭਾਸ਼ਾ ਦਾ ਪੁੱਛਿਆ ਜੇ ਤੁਹਾਨੂੰ, ਪਰ ਤੁਸੀਂ ਕੀ ਕਹਿਣਾ? ਮਸ਼ੀਨ ਲੈਂਗੁਏਜ ਦਾ ਕੀਤਾ ਗਿਆ ਸੀ। ਜੇ ਤੁਹਾਨੂੰ ਪੁੱਛਿਆ ਵੀ ਤੀਜੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਕਿਹੜੀ ਲੈਂਗੁਏਜ ਦਾ ਪ੍ਰਯੋਗ ਕੀਤਾ ਗਿਆ ਸੀ ਕੰਪਿਊਟਰਾਂ ਵਿੱਚ, ਤਾਂ ਹਾਈ ਲੈਂਗੁਏਜ ਦਾ ਕੀਤਾ ਗਿਆ ਸੀ। ਠੀਕ ਆ ਵੀ, ਜੇ ਪਹਿਲੀ ਵਿੱਚ ਮਸ਼ੀਨ ਲੈਂਗੁਏਜ, ਦੂਜੀ ਵਿੱਚ ਅਸੈਂਬਲੀ ਲੈਂਗੁਏਜ, ਅਤੇ ਤੀਜੀ ਵਿੱਚ ਆਪਣਾ ਕੀ ਹਾਈ ਲੈਂਗੁਏਜ। ਮਸ਼ੀਨ ਲੈਂਗੁਏਜ ਕਿਹੜੀ ਹੁੰਦੀ ਹੈ ਬਈ? ਮਸ਼ੀਨ ਲੈਂਗੁਏਜ ਵਿੱਚ ਕੀ ਹੁੰਦਾ ਗਾ? B ਲਿਖਦਾ, ਔਰ ਬਾਈਨਰੀ, ਜਿਹੜੇ ਬਾਈਨਰੀ ਰਜਿਸਟਰ ਅਤੇ ਹੈਕਸਾਡੈਸੀਮਲ ਇਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੁੰਦਾ। ਠੀਕ ਆ, ਮਸ਼ੀਨ ਲੈਂਗੁਏਜ ਵਿੱਚ। ਠੀਕ ਆ, ਅਸੈਂਬਲੀ ਲੈਂਗੁਏਜ ਉਹ ਹੁੰਦੀ ਆ ਜਿਹੜੀ ਆਪਾਂ ਮਨੁੱਖ ਵੀ ਪੜ੍ਹ ਸਕਦੇ ਇਹਨੂੰ ਤਾਂ। ਠੀਕ ਆ, ਮਨੁੱਖ ਹਿਊਮਨ ਵੀ ਪੜ੍ਹ ਸਕਦੇ ਇਹਨੂੰ, ਅਸੈਂਬਲੀ ਲੈਂਗੁਏਜ ਨੂੰ। ਅਤੇ ਆਪਣੀ ਹਾਈ ਲੈਵਲ ਕਿਹੜੀ ਹੁੰਦੀ ਆ? ਹਾਈ ਲੈਵਲ ਤਾਂ ਵੀ ਆਪਣੀ P ਲਿਖਦੇ, ਪ੍ਰੋਗਰਾਮਿੰਗ ਲੈਂਗੁਏਜ ਹੁੰਦੀ ਹੈ, ਜਿਹੜੀ ਪ੍ਰੋਗਰਾਮਿੰਗ ਲੈਂਗੁਏਜ ਹੁੰਦੀ ਹੈ, ਜਿਵੇਂ C ਹੋ ਗਈ, C++, ਜਾਵਾ, C++। ਠੀਕ ਆ ਬਈ, ਜਾਵਾ, ਇਹ ਕਿਹੜੀਆਂ ਸਾਰੀਆਂ ਨੇਗੀਆਂ? ਇਹ ਪ੍ਰੋਗਰਾਮਿੰਗ ਨੇਗੀਆਂ। ਤਾਂ ਵੀ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਵਿੱਚ ਮਸ਼ੀਨ ਲੈਂਗੁਏਜ ਦਾ, ਦੂਜੀ ਦੇ ਵਿੱਚ ਜਨਰੇਸ਼ਨ ਦੇ ਕੰਪਿਊਟਰ ਵਿੱਚ ਅਸੈਂਬਲੀ ਲੈਂਗੁਏਜ ਦਾ, ਤੀਜੀ ਜਨਰੇਸ਼ਨ ਦੇ ਕੰਪਿਊਟਰ ਹਾਈ ਲੈਵਲ ਲੈਂਗੁਏਜ ਦਾ। ਠੀਕ ਆ ਬਈ, ਸਾਰੇ ਪਤਾ ਲੱਗ ਗਿਆ। ਅਤੇ ਜਿਹੜੀ ਮਸ਼ੀਨ ਲੈਂਗੁਏਜ ਹੈ ਇਹਦੇ ਵਿੱਚ ਕੀ ਇਹ ਬਾਈਨਰੀ ਹੁੰਦੀ ਹੈ, ਬਾਈਨਰੀ ਰਜਿਸਟਰ ਅਤੇ ਹੈਕਸਾਡੈਸੀਮਲ ਦਾ ਇਸਤੇਮਾਲ ਕੀਤਾ ਜਾਂਦਾ। ਠੀਕ ਆ ਬਈ, ਅਸੈਂਬਲੀ ਲੈਂਗੁਏਜ ਹੁੰਦੀ ਹੈ ਜਿਹੜੀ ਇਹਨੂੰ ਮਨੁੱਖ ਵੀ ਪੜ੍ਹ ਸਕਦੇ ਹੈਗੇ। ਠੀਕ ਆ ਬਈ, ਹਾਈ ਲੈਵਲ ਲੈਂਗੁਏਜ ਹੁੰਦੀ ਹੈ ਜਿਹੜੀ ਇਹ ਪ੍ਰੋਗਰਾਮਿੰਗ ਲੈਂਗੁਏਜ ਹੁੰਦੀ ਹੈ, ਉਹਨੇ P ਲਿਖੀ ਹੋਈ, ਮੈਂ ਪ੍ਰੋਗਰਾਮਿੰਗ ਲੈਂਗੁਏਜ ਹੁੰਦੀ ਹੈ, ਜਿਵੇਂ C++, ਜਾਵਾ। ਠੀਕ ਆ ਬਈ, ਸਾਰੇ ਜਾਣੇ ਨੇ ਇਹ ਗੱਲਾਂ ਨੋਟ ਕਰ ਲਈਆਂ ਨੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲਾਂ ਨੇ। ਚਲੋ ਵੀ ਅਗਲਾ ਪ੍ਰਸ਼ਨ ਦੇਖੋ ਜੀ।
हाँ भी ਪ੍ਰਸ਼ਨ ਨੰਬਰ 3 ਦੇਖੋ ਜੀ, ਮਾਡਰਨ ਕੰਪਿਊਟਰ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ? ਹਾਂਜੀ, ਕਿਸ ਨੂੰ ਕਿਹਾ ਜਾਂਦਾ? ਤਾਂ ਤੁਹਾਡਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜੂ, ਲੇਨ ਟਰਨਿੰਗ ਨੂੰ ਕਿਹਾ ਜਾਂਦਾ। ਠੀਕ ਆ ਜੀ, ਜੇ ਮਾਡਰਨ ਕੰਪਿਊਟਰ ਦੇ ਪਿਤਾਮਾ ਆ ਤਾਂ ਲੇਨ ਟਰਨਿੰਗ, ਜੇ ਇਕੱਲਾ ਆਈ ਆ ਜੇ ਕੰਪਿਊਟਰ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਤਾਂ ਚਾਰਲਸ ਬੇਬਜ ਨੂੰ ਕਿਹਾ ਜਾਂਦਾ। ਠੀਕ ਆ ਜੀ, ਜੇ ਮਾਡਰਨ ਆ ਜਾਣ ਤਾਂ ਲੇਨ ਟਰਨਿੰਗ, ਜੇ ਇਕੱਲਾ ਕੰਪਿਊਟਰ ਦੇ ਪਿਤਾਮਾ ਆ ਜਾਣ ਤਾਂ ਚਾਰਲਸ ਬੇਬਜ। ਅਤੇ ਟਿਮ ਬੇਮਰਸ ਲੀ ਕੌਣ ਸਨ ਬਈ? ਇੱਕ ਆਪਣਾ ਉਹ ਨਹੀਂ ਹੁੰਦਾ WWW, ਇਹਦੀ ਫੁੱਲ ਫਾਰਮ ਕੀ ਆ? ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਵਰਲਡ ਵਾਈਡ ਵੈਬ। ਠੀਕ ਆ ਬਈ, ਆ ਇਹਦੀ ਫੁੱਲ ਫਾਰਮ ਆ। ਇਹਦੀ ਖੋਜ ਕਿਹਨੇ ਕੀਤੀ ਸੀ? ਟਿਮ ਬੇਮਰਸ ਲੀ ਨੇ ਕੀਤੀ ਸੀ। ਠੀਕ ਆ ਜੀ, ਸਾਰੇ ਜਾਣੇ ਨੋਟ ਕਰ ਲਈਆਂ ਗੱਲਾਂ। ਚਲੋ ਵੀ ਫਿਰ ਅਗਲੇ ਪ੍ਰਸ਼ਨ ਵੱਲ ਵੱਧਦੇ ਹਾਂ। ਹਾਂਜੀ, ਪ੍ਰਸ਼ਨ ਨੰਬਰ 4 ਦੇਖੋ ਜੀ, URL ਦੀ ਫੁੱਲ ਫਾਰਮ ਦੱਸੋ ਵੀ ਸਾਰੇ ਬੱਚੇ ਨੂੰ ਪਤਾ ਹੋਣਾ ਚਾਹੀਦਾ। ਤਾਂ ਤੁਹਾਡਾ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜੂ, ਯੂਨੀਫਾਰਮ ਰਿਸਰਚ ਲੋਕੇਟਰ। ਠੀਕ ਆ ਜੀ, ਬਿਲਕੁਲ ਰਾਈਟ ਆਨਸਰ ਆ ਜੂ। ਸਾਰੇ ਜਾਣੇ ਨੇ ਇਹ ਗੱਲ ਨੋਟ ਕਰ ਲੈਣੀ ਹੈ। ਠੀਕ ਆ ਵੀ, ਕਈ ਜਾਣੇ ਕਹਿਣਗੇ ਯੂਨੀਵਰਸਲ ਰਿਸਰਚ ਲੋਕੇਟਰ, ਨਹੀਂ ਬਈ, ਯੂਨੀਫਾਰਮ ਰਿਸਰਚ ਲੋਕੇਟਰ। ਹਾਂ, ਇਹ ਵੀ ਕੰਪਿਊਟਰ ਨਾਲ ਸੰਬੰਧਿਤ ਆ, ਪਰ ਵੀ ਤੁਸੀਂ ਆਹ ਯਾਦ ਰੱਖਣਾ, ਯੂਨੀਫਾਰਮ ਰਿਸਰਚ ਲੋਕੇਟਰ। ਠੀਕ ਆ ਵੀ, ਅਤੇ URL ਹੁੰਦੀ ਕੀ ਆ? ਇਹ ਬਈ ਆਪਣਾ ਜਿਹੜਾ ਵੈਬ ਪੇਜ ਨਹੀਂ ਹੁੰਦੇ, ਵੈਬ ਪੇਜ ਦਾ ਐਡਰੈਸ ਹੁੰਦਾ, ਵੈਬ ਪੇਜ ਦਾ ਐਡਰੈਸ ਹੁੰਦਾ ਇਹ। ਠੀਕ ਆ ਜੀ, ਵੈਬ ਪੇਜ ਦਾ ਐਡਰੈਸ ਹੁੰਦਾ। ਮੰਨ ਤੁਸੀਂ ਕੋਈ ਵੀ ਵੈਬਸਾਈਟ ਖੋਲ੍ਹਦੇ ਹੋ, ਉਹਦੇ ਗਾਹਾਂ ਪੇਜ ਨਹੀਂ ਖੋਲ੍ਹਦੇ, ਤੁਹਾਨੂੰ ਐਂ ਲਿਖ ਕੇ ਆ ਜਾਂਦਾ HTTPS, ਫਿਰ ਆਹ ਹੁੰਦੇ ਆਣਗੇ, ਫਿਰ ਆਹ ਲਿਖਿਆ ਹੁੰਦਾ ਫਿਰ .com। ਇਹ ਸਾਰਾ ਕੀ ਹੈਗਾ? ਇਹ ਆਪਣਾ URL ਹੀ ਹੈਗਾ। ਠੀਕ ਆ, ਇਹ ਸਾਰਾ URL ਹੀ ਆ। ਇਹਨੂੰ ਅੱਖਰਾਂ ਦੀ ਲੜੀ ਕਹਿੰਦੇ ਹੁੰਦੇ ਪੰਜਾਬੀ 'ਚ। ਠੀਕ ਆ, ਜੇ ਪੜ੍ਹਿਆ ਹੋਣਾ ਤੁਸੀਂ 11ਵੀਂ 12ਵੀਂ 'ਚ ਜਾਂ 9ਵੀਂ 10ਵੀਂ 'ਚ। ਚਲੋ ਵੀ ਫਿਰ ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਹਾਂਜੀ, ਪ੍ਰਸ਼ਨ ਨੰਬਰ 5 ਦੱਸੋ ਜੀ, ਕੁਕੀ ਕੀ ਹੁੰਦਾ? ਸਾਰੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਬਾਈ। ਤਾਂ ਤੁਹਾਡਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ, ਇੰਟਰਨੈਟ ਇਨਫੋਰਮੇਸ਼ਨ ਫਾਈਲ ਹੁੰਦੀ ਹੈ। ਠੀਕ ਆ ਬਈ ਕੁਕੀ ਆਪਣੇ ਬਰਾਊਜ਼ਰਾਂ ਵਿੱਚ ਹੁੰਦਾ ਗਾ। ਤੁਸੀਂ ਕ੍ਰੋਮ ਬਰਾਊਜ਼ਰ ਚਲਾਉਂਦੇ ਹੋਗੇ ਤਾਂ ਦੇਖਿਆ ਵੀ ਹੋਣਾ, ਜਾਂ ਭਾਵੇਂ ਕੋਈ ਵੀ ਬਰਾਊਜ਼ਰ ਚਲਾਉਂਦੇ ਹੋਗੇ। ਤਾਂ ਬਈ ਇਹ ਕੀ ਕਰਦਾ, ਜਿਹੜੇ ਵੀ ਆਪਾਂ ਇੰਟਰਨੈਟ ਦੀ ਆਪਾਂ ਇਨਫੋਰਮੇਸ਼ਨ ਹੁੰਦੀ ਹੈ, ਆਪਣੀ ਇਨਫੋਰਮੇਸ਼ਨ ਹੁੰਦੀ ਹੈਗੀ, ਉਹਨੂੰ ਸਟੋਰ ਕਰਦਾ ਵੀ ਤੁਸੀਂ ਕਿਹੜਾ ਬਰਾਊਜ਼ਰ ਖੋਲ੍ਹਿਆ, ਕਿਹੜੀ ਸਾਈਟ ਖੋਲ੍ਹੀ, ਕੀ ਖੋਲ੍ਹਿਆ, ਕਿਵੇਂ ਖੋਲ੍ਹਿਆ, ਕੀ ਉੱਥੇ ਸਰਚ ਕੀਤਾ। ਠੀਕ ਆ, ਇਹ ਕੁਕੀ ਅਲਾਉ ਕਰਦਾ। ਤਾਂ ਕਈ ਵੈਬਸਾਈਟ ਆਪਣਾ ਕੁਕੀ ਮੰਗਦੇ ਨੇ, ਤਾਂ ਇਹ ਵੀ ਬਣਾਇਆ ਤਾਂ ਸਹੀ ਗੱਲ ਲਈ ਸੀਗਾ। ਹਾਂ ਵੀ ਕੁਕੀ ਅਲਾਉ ਕਰਕੇ ਆਪਾਂ ਨੂੰ ਇਨਫੋਰਮੇਸ਼ਨ ਮਿਲੂਗੀ, ਉਹਦਾ ਆਪਾਂ ਵਧੀਆ ਥਾਵੇਂ ਪ੍ਰਯੋਗ ਕਰ ਲਾਂਗੇ, ਬਾਅਦ ਚੋਂ ਪ੍ਰਯੋਗ ਕੀਤੀ ਜਾ ਸਕਦੀ ਹੈ। ਠੀਕ ਹੈ, ਆਪਾਂ ਨੂੰ ਲੋੜ ਪੈ ਜੇ। ਪਰ ਬਈ ਕਈ ਵੈਬਸਾਈਟਾਂ ਇਹੋ ਜਿਹੀਆਂ ਨੇ ਜਿਹੜੀਆਂ ਕੁਕੀ ਉਹ ਲੈ ਲੈਂਦੀਆਂ ਨੇ, ਤਾਂ ਕਰਕੇ ਕਹਿੰਦੇ ਵੀ ਸਾਰਿਆਂ ਨੂੰ ਅਲਾਉ ਨਹੀਂ ਕਰਨਾ ਚਾਹੀਦਾ ਕੁਕੀ। ਜਿਹੜੇ ਕੁਕੀ ਲੈ ਲੈਂਦੀਆਂ ਨੇ ਅਤੇ ਗਲਤ ਪ੍ਰਯੋਗ ਕਰਦੀਆਂ। ਠੀਕ ਆ ਬਈ, ਉਹਦਾ ਗਲਤ। ਠੀਕ ਆ, ਇਹ ਸਾਰੇ ਜਾਣੇ ਨੋਟ ਕਰ ਲੈਣੀ ਗੱਲ, ਇਸ ਕੁਕੀ ਇਹ ਹੁੰਦਾ। ਠੀਕ ਆ ਬਈ, ਚਲੋ ਅਗਲੀ ਪ੍ਰਸ਼ਨ ਦੇਖਦੇ ਹਾਂ ਫਿਰ ਆਪਾਂ। ਹਾਂਜੀ, ਪ੍ਰਸ਼ਨ ਨੰਬਰ 6 ਦੇਖੋ ਜੀ, ਡੀਬਗਿੰਗ ਕੀ ਹੁੰਦਾ ਵੀ ਡੀਬਗਿੰਗ? ਤਾਂ ਤੁਹਾਡਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜੂ, ਬਗ ਨੂੰ ਹਟਾਉਣ ਲਈ ਹੁੰਦਾ। ਬਈ ਬਗ ਕੀ ਹੁੰਦਾ? ਕੋਈ ਵੀ ਆਪਣਾ ਪ੍ਰੋਗਰਾਮ ਚਲਾਉਣਾ ਆਪਾਂ ਕੰਪਿਊਟਰ ਵਿੱਚ, ਕੋਈ ਵੀ ਸੋਫਟਵੇਅਰ ਕੁਛ ਵੀ ਚਲਾਉਣਾ, ਉਹਦੇ ਵਿੱਚ ਐਰਰ ਆ ਜੇ, ਉਹਨੂੰ ਕੀ ਕਹਿੰਦੇ ਆ? ਬਗ ਕਹਿੰਦੇ ਆ। ਠੀਕ ਆ ਵੀ, ਹਟਾਉਣ ਲਈ ਕੀ ਕਹਿੰਦੇ? ਉਹਨੂੰ ਡੀਬਗਿੰਗ ਕਹਿੰਦੇ ਆ। ਅਤੇ ਪਤਾ ਲਗਾਉਣ ਨੂੰ ਕੀ ਕਹਿੰਦੇ ਹੁੰਦੇ ਆ? ਬਗ ਦਾ ਪਤਾ ਲਗਾਉਣ ਨੂੰ ਕੀ ਕਹਿੰਦੇ ਹੁੰਦੇ? ਟੈਸਟਿੰਗ ਕਹਿੰਦੇ ਹੁੰਦੇ ਆ। ਠੀਕ ਆ, ਟੈਸਟਿੰਗ। ਠੀਕ ਆ ਜੀ, ਇਹ ਵੀ ਤੁਸੀਂ ਨੋਟ ਕਰ ਲਓ। ਡੀਬਗਿੰਗ ਕੀ ਹੁੰਦੀ ਆ? ਬਗ ਨੂੰ ਹਟਾਉਣ ਲਈ ਹੁੰਦੀ ਆ। ਠੀਕ ਆ, ਬਗ ਨੂੰ ਜੇ ਹਟਾਉਣਾ ਤਾਂ ਡੀਬਗਿੰਗ ਹੁੰਦੀ ਹੈ, ਅਤੇ ਬਗ ਦਾ ਜੇ ਪਤਾ ਲਗਾਉਣਾ ਉਹਨੂੰ ਕੀ ਕਹਿੰਦੇ ਹੁੰਦਾ? ਟੈਸਟਿੰਗ। ਠੀਕ ਆ ਜੀ, ਇਹ ਸਾਰੇ ਜਾਣੇ ਨੋਟ ਕਰ ਲਈਆਂ ਗੱਲ। ਹਾਂਜੀ, ਪ੍ਰਸ਼ਨ ਨੰਬਰ 7 ਦੇਖੋ ਜੀ, ਕੈਥੋਡ ਰੇ ਟਿਊਬ ਕਿੱਥੇ ਹੁੰਦੀ ਹੈ? ਹਾਂਜੀ, ਕਿੱਥੇ ਹੁੰਦੀ ਹੈ? ਤਾਂ ਤੁਹਾਡਾ ਆਪਸ਼ਨ ਨੰਬਰ ਬੀ ਮੋਨੀਟਰ ਵਿੱਚ ਹੁੰਦੀ ਹੈ। ਬਿਲਕੁਲ ਰਾਈਟ ਆਨਸਰ ਆ ਜੂ। ਭਾਈ ਕੀ ਹੁੰਦੀ ਹੈ ਕੈਥੋਡ ਰੇ ਟਿਊਬ? ਕੀ ਹੁੰਦੀ ਆ ਇਹ ਬਈ? ਆਪਾਂ ਜਿਹੜੀ ਵੀ ਆਪਾਂ ਜੇ ਮੰਨ ਲਓ ਟਾਈਪਿੰਗ ਕਰਦੇ ਹਾਂ, ਚਾਹੇ ਆਪਾਂ ਕਿਸੇ ਨਾਲ ਵੀ ਕਰਦੇ ਹਾਂ, ਜਾਂ ਮਾਊਸ ਨਾਲ ਕਰਦੇ ਹਾਂ, ਜਾਂ ਆਪਾਂ ਕੀਬੋਰਡ ਨਾਲ ਕਰਦੇ ਹਾਂਗੇ, ਇਨਪੁੱਟ ਦਿੰਦੇ ਹਾਂ ਕੰਪਿਊਟਰ ਨੂੰ ਕੋਈ ਵੀ, ਤਾਂ ਜਿਹੜੀ ਇਨਪੁੱਟ ਆ ਜੇ ਆਪਾਂ ਉਹਨੂੰ ਮੋਨੀਟਰ 'ਤੇ ਦੇਖਾਂ, ਜਿਹੜੀਆਂ ਆਪਣੀਆਂ ਇਲੈਕਟ੍ਰੋਨਿਕ ਤਰੰਗਾਂ ਨੇ, ਜਿਹੜੀ ਉਹਨੂੰ ਗ੍ਰਾਫਿਕਲ ਵਿਜ਼ੂਅਲ ਵਿੱਚ ਬਦਲਦੇ ਆ, ਉਹ ਕੈਥੋਡ ਰੇ ਟਿਊਬ ਬਦਲਦੀ ਹੁੰਦੀ ਹੈ। ਠੀਕ ਆ ਬਈ, ਹੁਣ ਆਪਾਂ ਨੂੰ ਇਲੈਕਟ੍ਰੋਨਿਕ ਤਰੰਗਾਂ ਦਿੰਦੀਆਂ ਨਹੀਂ, ਆਪਾਂ ਨੂੰ ਫੋਟੋ ਦਿੰਦੀ ਹੈ, ਕੁਛ ਵੀ ਹੋਰ ਦਿੰਦਾ ਹੈਗਾ ਆਪਾਂ ਨੂੰ, ਉਹ ਇਲੈਕਟ੍ਰੋਨਿਕ ਤਰੰਗਾਂ ਤਾਂ ਆਪਾਂ ਭੇਜ ਦਿਆਂਗੇ, ਤਾਰ ਰਾਹੀਂ ਜਾਂਦੀ ਹੈਗੀ, ਮੰਨ ਲਓ ਕੀਬੋਰਡ ਜਾਂ ਮਾਊਸ ਦੇ, ਉਹਨੂੰ ਗ੍ਰਾਫਿਕਲ ਵਿਜ਼ੂਅਲ ਵਿੱਚ ਕੌਣ ਬਦਲਦਾ ਹੈਗਾ ਬਈ? ਕੈਥੋਡ ਰੇ ਟਿਊਬ ਬਣਦੀ ਹੁੰਦੀ ਹੈ। ਇੱਕ ਪ੍ਰਸ਼ਨ ਆਉਂਦਾ ਹੁੰਦਾ, CRT ਦੀ ਫੁੱਲ ਫਾਰਮ ਕੀ ਆ? ਕੈਥੋਡ ਰੇ ਟਿਊਬ ਆ। ਫੁੱਲ ਫਾਰਮਾਂ ਸਾਰੀਆਂ ਯਾਦ ਕਰ ਲਓ, ਕਿਤੋਂ ਮਰਜ਼ੀ ਕਰ ਲਓ, ਬਥੇਰੀਆਂ ਕਿਤਾਬਾਂ ਵਿੱਚ ਦਿੱਤੀਆਂ ਹੋਈਆਂ ਨੇ। ਠੀਕ ਆ ਜੀ, ਗੂਗਲ 'ਤੇ ਸਰਚ ਮਾਰੋ ਤਾਂ ਵੀ ਤੁਹਾਨੂੰ ਮਿਲ ਜੂ, ਕੈਥੋਡ ਰੇ ਟਿਊਬ ਸਾਰੀਆਂ ਫੁੱਲ ਫਾਰਮਾਂ ਮਿਲ ਜਾਣਗੀਆਂ। ਠੀਕ ਹੈ ਜੀ, ਸਾਰੇ ਜਾਣੇ ਨੋਟ ਕਰ ਲੈਣ। CPU ਸਭ ਨੂੰ ਪਤਾ ਹੀ ਹੋਣਾ, ਦਿਮਾਗ ਹੁੰਦਾ ਕੰਪਿਊਟਰ ਦਾ। ਫੁੱਲ ਫਾਰਮ ਕੀ? ਇੱਕ CPU ਦੀ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੁੰਦੀ ਆ। ਮਾਊਸ ਕੀ ਹੁੰਦਾ ਬਈ? ਮਾਊਸ ਆਪਣਾ ਇਨਪੁੱਟ ਡਿਵਾਈਸ ਹੈ, ਅਤੇ ਪਾਊਂਟਿੰਗ ਡਿਵਾਈਸ ਕਿਹਨੂੰ ਕਹਿੰਦੇ? ਉਹ ਵੀ ਮਾਊਸ ਹੁੰਦਾ। ਠੀਕ ਆ ਜੀ, ਸਾਰੇ ਜਾਣੇ ਨੇ ਇਹ ਵੀ ਗੱਲ ਨੋਟ ਕਰ ਲੈਣੀ ਆ। ਅਤੇ ਪ੍ਰਿੰਟਰ ਆਪਣਾ ਹੈਗਾ ਗਾ ਆਊਟਪੁੱਟ ਡਿਵਾਈਸ, ਕਿਉਂਕਿ ਆਪਾਂ ਨੂੰ ਆਊਟਪੁੱਟ ਦਿੰਦਾ ਹੈ ਬਈ। ਚਲੋ ਜੀ ਫਿਰ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 8 ਦੇਖੋ ਜੀ, ਸਭ ਤੋਂ ਫਾਸਟ ਮੈਮਰੀ ਕਿਹੜੀ ਹੁੰਦੀ ਹੈ? ਹਾਂਜੀ, ਕਿਹੜੀ ਹੁੰਦੀ ਹੈ?
ਤਾਂ ਤੁਹਾਡਾ ਆਪਸ਼ਨ ਨੰਬਰ ਸੀ ਕੈਸ਼ ਮੈਮਰੀ ਹੁੰਦੀ ਹੈ ਬਿਲਕੁਲ ਰਾਈਟ ਆਨਸਰ। ਕੈਸ਼ ਮੈਮਰੀ ਕਿਹੜੀ ਹੁੰਦੀ ਹੈ ਬਈ, ਆਪਾਂ ਕੰਪਿਊਟਰ ਵਿੱਚ ਪਹਿਲਾਂ ਇੱਕ ਹਦਾਇਤ ਖੋਲ੍ਹਦੇ ਹਾਂ, ਫਿਰ ਦੂਸਰੀ ਖੋਲ੍ਹ ਲੈਂਦੇ ਹਾਂ, ਫਿਰ ਤੀਸਰੀ ਖੋਲ੍ਹ ਲੈਂਦੇ ਹਾਂ, ਅਸੀਂ ਖੋਲ੍ਹ ਲੈਂਦੇ ਹਾਂ। ਇਹ ਸਾਰੀਆਂ ਹਦਾਇਤਾਂ ਵਿੱਚ ਜਿਹੜੀ ਮੈਮਰੀ ਯੂਜ਼ ਕੀਤੀ ਜਾਂਦੀ ਲਗਾਤਾਰ, ਜਿਹੜੀ ਤੇਜ਼, ਤਾਂ ਹੀ ਤਾਂ ਇਹਨੂੰ ਕਹਿੰਦੇ ਵੀ ਤੇਜ਼ ਮੈਮਰੀ ਹੁੰਦੀ ਹੈ, ਇਹ ਤੇਜ਼ ਮੈਮਰੀ ਹੁੰਦੀ ਆ, ਤਾਂ ਉਹਨੂੰ ਕੈਸ਼ ਮੈਮਰੀ ਕਹਿੰਦੇ ਹਨ। ਜਿਹੜੀ ਲਗਾਤਾਰ ਆਪਣੀ ਹਦਾਇਤਾਂ ਨੂੰ ਖੋਲ੍ਹੀ ਹੁੰਦੀ ਆ, ਠੀਕ ਆ, ਫਿਰ ਆਪਾਂ ਉਹਨੂੰ ਬੰਦ ਕਰ ਦਿੰਦੇ ਹਾਂ, ਫਿਰ ਖੋਲ੍ਹ ਲੈਂਦੇ ਹਾਂ, ਫਿਰ ਬੰਦ ਕਰ ਦਿੰਦੇ ਹਾਂ, ਉਹਨੂੰ ਕੈਸ਼ ਮੈਮਰੀ ਕਹਿੰਦੇ ਹਨ। ਇੱਕ ਆਉਂਦਾ ਹੁੰਦਾ ਪ੍ਰਸ਼ਨ, ਕਿੰਗਸ ਆਫ ਮੈਮਰੀ ਕਿਹਨੂੰ ਕਹਿੰਦੇ ਹਨ? ਕਿੰਗਸ ਆਫ ਮੈਮਰੀ, ਇਹ ਕਿਹਨੂੰ ਕਹਿੰਦੇ ਹੁੰਦੇ ਹਨ ਵੀ ਕਿੰਗਸ ਆਫ ਮੈਮਰੀ ਕਿਹਨੂੰ ਕਹਿੰਦੇ ਹੁੰਦੇ ਨੇ? ਇਹ ਵੀ ਕੈਸ਼ ਮੈਮਰੀ ਨੂੰ ਕਹਿੰਦੇ ਹੁੰਦੇ ਨੇ, ਕਿੰਗਸ ਆਫ ਮੈਮਰੀ, ਇਹ ਵੀ ਪ੍ਰਸ਼ਨ ਆ ਜਾਂਦਾ ਹੁੰਦਾ। ਅਤੇ ਰੋਮ ਕੀ ਹੁੰਦੀ ਆ ਬਈ? ਰੋਮ ਬਾਰੇ ਪ੍ਰਸ਼ਨ ਹੁੰਦਾ, ਨੋਨ ਵੋਲਾਟਾਈਲ ਮੈਮਰੀ ਹੈ ਇਹ ਆਪਣੀ, ਨੋਨ ਵੋਲਾਟਾਈਲ ਮੈਮਰੀ ਹੈ ਆਪਣੀ ਰੋਮ, ਠੀਕ ਆ ਬਈ। ਰੋਮ ਦਾ ਫੁੱਲ ਫਾਰਮ ਕੀ ਆ? ਰੀਡ ਓਨਲੀ ਮੈਮਰੀ, ਠੀਕ ਆ ਬਈ, ਰੀਡ ਓਨਲੀ ਮੈਮਰੀ, ਠੀਕ ਆ। ਸਾਰਿਆਂ ਨੇ ਇਹ ਵੀ ਨੋਟ ਕਰਨਾ। ਰੋਮ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਬਈ? ਰੋਮ ਕਿੰਨੇ ਤਰ੍ਹਾਂ ਦੀ ਹੁੰਦੀ ਆ? ਰੋਮ ਆਪਣੀ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਹੁੰਦੀ ਹੈ? ਇੱਕ ਤਾਂ ਆਪਣੀ ਹੁੰਦੀ ਹੈ ਪੀ ਰੋਮ ਅਤੇ ਇੱਕ ਹੁੰਦੀ ਹੈ ਈ ਰੋਮ, ਠੀਕ ਆ। ਦੋ ਚੀਜ਼ਾਂ ਯਾਦ ਰੱਖੀਆਂ, ਇੱਕ ਪੀ ਰੋਮ ਅਤੇ ਇੱਕ ਈ ਰੋਮ ਹੁੰਦੀ ਆ। ਅਤੇ ਰੈਮ ਬਈ, ਹੁਣ ਰੈਮ 'ਤੇ ਆ ਜਾਓ। ਰੈਮ ਦੀ ਫੁੱਲ ਫਾਰਮ ਕੀ ਆ? ਰੈਂਡਮ ਐਕਸੈਸ ਮੈਮਰੀ, ਠੀਕ ਆ ਜੀ, ਰੈਂਡਮ ਐਕਸੈਸ ਮੈਮਰੀ। ਇਹ ਵੋਲਾਟਾਈਲ ਮੈਮਰੀ ਹੁੰਦੀ ਹੈ, ਠੀਕ ਆ ਬਈ। ਇਹ ਜਿਹੜੀ ਹੁੰਦੀ ਹੈ ਰੋਮ ਤੋਂ ਤੇਜ਼ ਹੁੰਦੀ ਹੈਗੀ ਆਪਣੀ ਰੈਮ, ਇਹ ਵੀ ਨੋਟ ਕਰ ਲਓ। ਅਤੇ ਇਹ ਵੱਧ ਸਟੋਰ ਕਰ ਸਕਦੀ ਹੈ। ਉਹ ਤਾਂ ਰੀਡ ਓਨਲੀ ਮੈਮਰੀ ਹੈ, ਕਿ ਰੀਡ ਕਰ ਸਕਦੀ ਡਾਟੇ ਨੂੰ, ਆਹ ਸਟੋਰ ਵੀ ਕਰ ਸਕਦੀ ਹੈ ਰੈਮ, ਠੀਕ ਆ ਬਈ ਆਪਣਾ। ਅਤੇ ਰੈਮ ਹੁੰਦੀ ਹੈ ਜਿਹੜੀ ਬਈ, ਇਹ ਵੋਲਾਟਾਈਲ ਮੈਮਰੀ ਹੁੰਦੀ ਹੈ। ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਰੈਮ? ਇਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੇ ਤਰ੍ਹਾਂ ਦੀ ਹੁੰਦੀ ਹੈ ਬਈ? ਇੱਕ ਤਾਂ ਹੁੰਦੀ ਹੈ ਡੀ ਰੈਮ ਅਤੇ ਇੱਕ ਹੁੰਦੀ ਹੈਗੀ ਆਪਣੀ ਐਸ ਰੈਮ, ਠੀਕ ਆ ਜੀ। ਸਾਰੇ ਜਾਣੇ ਨੋਟ ਕਰ ਲਈਆਂ ਗੱਲਾਂ, ਬਹੁਤ ਹੀ ਇੰਪੋਰਟੈਂਟ ਗੱਲਾਂ ਨੇ। ਚਲੋ ਜੀ ਫਿਰ ਅਗਲਾ ਪ੍ਰਸ਼ਨ ਦੇਖੋ, ਸਾਰੀਆਂ ਗੱਲਾਂ ਨੂੰ ਨੋਟ ਕਰ ਲੈਣਾ। ਹਾਂਜੀ, ਪ੍ਰਸ਼ਨ ਨੰਬਰ 9 ਦੇਖੋ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਡਿਵਾਈਸ ਆਊਟਪੁੱਟ ਡਿਵਾਈਸ ਹੈ? ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹਦਾ ਆਨਸਰ। ਤਾਂ ਤੁਹਾਡਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜੂ। ਪਲੋਟਰ ਜਿਹੜਾ ਇਹ ਆਪਣਾ ਆਊਟਪੁੱਟ ਡਿਵਾਈਸ ਆ ਭਾਈ, ਠੀਕ ਆ। ਕੀ ਹੁੰਦਾ ਇਹ ਪਲੋਟਰ? ਇਹ ਆਪਣਾ ਪ੍ਰਿੰਟਰ ਹੀ ਹੁੰਦਾ ਇੱਕ ਤਰ੍ਹਾਂ ਦਾ, ਠੀਕ ਆ ਬਈ। ਜਿਹੜੇ ਕੀ ਪ੍ਰਿੰਟ ਕਰਦਾ ਇਹ? ਗ੍ਰਾਫਿਕਲ ਨੂੰ ਤੁਸੀਂ ਪ੍ਰਸ਼ਨ ਆ ਸਕਦਾ ਕਿ ਗ੍ਰਾਫਿਕਸ ਨੂੰ ਪ੍ਰਿੰਟ ਕਰਨ ਲਈ ਕਿਹੜਾ ਵਰਤਿਆ ਜਾਂਦਾ, ਗ੍ਰਾਫਿਕਸ ਨਾਲ ਕਿਹੜਾ ਸੰਬੰਧਿਤ ਆ? ਤਾਂ ਪਲੋਟਰ ਆ, ਠੀਕ ਆ ਬਈ। ਗ੍ਰਾਫਿਕਲ ਜਿਹੜਾ ਪੇਜ 'ਤੇ ਛਾਪਦੇ ਉਹਨਾਂ ਨੂੰ ਪਲੋਟਰ ਛਾਪਦਾ, ਠੀਕ ਆ ਬਈ। ਅਤੇ ਕੀਬੋਰਡ ਸਾਰਿਆਂ ਨੂੰ ਪਤਾ ਹੀ ਹੋਣਾ ਗਾ ਆਪਣਾ, ਇਹ ਹੈਗਾ ਵੀ ਆਪਣਾ ਇਨਪੁੱਟ ਡਿਵਾਈਸ ਆ, ਠੀਕ ਆ। ਸਕੈਨਰ ਕੀ ਆ? ਇਹ ਵੀ ਆਪਣਾ ਇਨਪੁੱਟ ਡਿਵਾਈਸ, ਸਾਰਿਆਂ ਨੂੰ ਇਹ ਵੀ ਪਤਾ ਹੋਣਾ। ਸਾਰੇ ਜਾਣੇ ਨੇ ਇਹ ਗੱਲਾਂ ਨੋਟ ਕਰ ਲੈਣੀਆਂ ਨੇ, ਠੀਕ ਆ ਜੀ। ਚਲੋ ਜੀ ਫਿਰ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 10 ਦੇਖੋ ਬਈ, ਬਕ ਐਕਸਟੈਂਸ਼ਨ ਕਿਹੜੀ ਫਾਈਲ ਲਈ ਹੁੰਦੀ ਹੈ? ਹਾਂ ਵੀ ਕਿਹੜੀ ਫਾਈਲ ਲਈ ਹੁੰਦੀ ਹੈ ਬਕ ਐਕਸਟੈਂਸ਼ਨ? ਤਾਂ ਤੁਹਾਡਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜੂ। ਸਾਰਿਆਂ ਨੂੰ ਨੋਟ ਕਰ ਲੈਣਾ ਭਾਈ, ਐਕਸਟੈਂਸ਼ਨ ਕੀ ਹੁੰਦੀ ਆ? ਆਪਾਂ ਕੋਈ ਵੀ ਫਾਈਲ ਹੁੰਦੀ, ਚਾਹੇ ਉਹ PDF ਫਾਈਲ ਆ, ਡਾਕੂਮੈਂਟ ਆ, ਤਾਂ ਕੋਈ ਵੀ ਟੈਕਸਟਡ ਫਾਈਲ ਆ, ਕੁਛ ਵੀ ਆ, ਉਹਦੇ ਪਿੱਛੇ ਆਪਾਂ ਨੂੰ ਲਿਖ ਕੇ ਨਹੀਂ ਆਉਂਦੀ ਮੈਂ ਟੈਕਸਟਡ ਫਾਈਲ ਆ, ਉਹਦੇ ਪਿੱਛੇ ਟੈਕਸਟਡ ਦੀ ਐਕਸਟੈਂਸ਼ਨ ਕੀ ਹੁੰਦੀ ਹੈ ਡਾਕੂਮੈਂਟ ਦੀ? TXT ਆ, ਲਿਖ ਕੇ ਨਹੀਂ ਆਉਂਦਾ ਹੁੰਦਾ। ਤਾਂ ਹੀ ਫਿਰ ਬੈਕਅਪ ਦੀ ਕੀ ਹੁੰਦੀ ਹੈ? ਬਕ ਹੁੰਦੀ ਹੈ, ਠੀਕ ਆ ਬਈ, ਬਕ ਹੁੰਦੀ ਹੈ। ਇਹ ਸਾਰੇ ਨੋਟ ਕਰ ਲਓ। ਆਪਾਂ ਕੋਈ ਵੀ ਫਾਈਲ ਖੋਲ੍ਹਦੇ ਹੁੰਦੇ ਹੈਗੇ, ਜੋ ਦੇਖ ਲਓ ਤੁਸੀਂ, ਉਹਦੇ ਪਿੱਛੇ ਮੰਨ ਲਓ ਤੁਸੀਂ ਫਾਈਲ ਮੈਨੇਜਰ ਖੋਲ੍ਹ ਕੇ ਦੇਖ ਲਿਓ, ਉਹਦੇ ਪਿੱਛੇ ਆ ਲਿਖੇ ਨਹੀਂ ਹੁੰਦਾ ਟੈਕਸਟ ਤਾਂ ਆ ਗਈ, PDF ਤਾਂ PDF ਦੀ ਐਕਸਟੈਂਸ਼ਨ ਲਿਖੀ ਹੋਊਗੀ। ਤਾਂ ਸਾਰੀਆਂ ਐਕਸਟੈਂਸ਼ਨਾਂ ਹੁੰਦੀਆਂ ਨੇ, ਇਹ ਸਾਰੇ ਨੋਟ ਕਰ ਲਓ, ਠੀਕ ਆ ਬਈ। ਬਹੁਤ ਹੀ ਇੰਪੋਰਟੈਂਟ ਆ ਗਈ ਇਹ ਗੱਲ। ਅਤੇ ਸਿਸਟਮ ਜਿਹੜੀ ਆਪਣੀ ਸਿਸਟਮ ਫਾਈਲ ਆ, ਇਹਦੇ ਵਿੱਚ ਸਾਰੀਆਂ ਆ ਜਾਂਦੀਆਂ ਨੇ, ਬੈਕਅਪ ਬੁੱਕਅਪ ਆ ਸਾਰੇ ਇਹਦੇ ਵਿੱਚ ਹੀ ਆ ਜਾਂਦੇ ਆ, ਠੀਕ ਆ। ਸਿਸਟਮ ਹੋ ਜਾਂਦਾ ਨਾ, ਕਿਉਂਕਿ। ਚਲੋ ਜੀ ਫਿਰ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 11 ਦੇਖੋ ਜੀ, ਕੰਪਿਊਟਰ ਡਾਟਾ ਵਿੱਚ ਐਰਰ ਕਿਸ ਨਾਮ ਨਾਲ ਜਾਣਿਆ ਜਾਂਦਾ? ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆਨਸਰ। ਤਾਂ ਤੁਹਾਡਾ ਆਪਸ਼ਨ ਨੰਬਰ B ਬਗ ਦੇ ਨਾਮ ਨਾਲ ਜਾਣਿਆ ਜਾਂਦਾ, ਠੀਕ ਆ ਜੀ, ਬਿਲਕੁਲ ਰਾਈਟ ਆਨਸਰ ਆ ਜਾਊਗਾ। ਸਾਰਿਆਂ ਨੇ ਨੋਟ ਕਰ ਲੈਣਾ, ਠੀਕ ਆ ਜੀ। ਅਤੇ ਬਈ ਵਾਇਰਸ ਕੀ ਹੁੰਦਾ ਬਈ? ਵਾਇਰਸ ਆਪਣਾ ਉਹ ਪ੍ਰੋਗਰਾਮ ਹੁੰਦਾ ਬਈ ਜਿਹੜਾ ਵੀ ਇਹ ਵਾਇਰਸ ਇੱਕ ਪ੍ਰੋਗਰਾਮ ਹੀ ਹੁੰਦਾ ਗਾ, ਜਿਹੜਾ ਕਿਸੇ ਵੀ ਵਿਅਕਤੀ ਦੁਆਰਾ ਬਣਾਇਆ ਜਾਂਦਾ, ਜਾਂ ਕਿਸੇ ਵੀ ਦੁਆਰਾ ਬਣਾਇਆ ਜਾਂਦਾ, ਹੈ ਨਾ, ਵਿਅਕਤੀ ਦੁਆਰਾ ਬਣਾਇਆ ਜਾਂਦਾ ਗਾ। ਅਤੇ ਇਸ ਤਰ੍ਹਾਂ ਬਣਾਇਆ ਜਾਂਦਾ ਗਾ ਵੀ ਹੋਰਾਂ ਪ੍ਰੋਗਰਾਮਾਂ ਨੂੰ ਡਿਸਟਰੋਏ ਕਰ ਸਕੇ, ਤਬਾਹ ਕਰ ਸਕੇ, ਅਤੇ ਉਹਨਾਂ ਨੂੰ ਬਦਲ ਸਕੇ, ਠੀਕ ਆ ਬਈ। ਇਹ ਨਾਲੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ, ਆਪਣਾ ਜਿਹੜਾ ਵਾਇਰਸ ਹੈਗਾ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਵੀ ਇਹ ਹੋਰਾਂ ਤੋਂ ਹੋਰ ਫੈਲੀ ਜਾਵੇ, ਇੱਕ ਤੋਂ ਦੋ ਐਂ ਫੈਲੀ ਜਾਵੇ, ਇੱਕ ਤੋਂ ਦੋ ਐਂ ਫੈਲੀ ਜਾਵੇ, ਠੀਕ ਆ ਬਈ। ਜਿਵੇਂ ਕਰੋਨਾ ਫੈਲਦਾ ਉਵੇਂ ਆਪਣਾ ਇਹ ਵਾਇਰਸ, ਤਾਂ ਹੀ ਤਾਂ ਕਰੋਨਾ ਵਾਇਰਸ, ਤਾਂ ਵਾਇਰਸ ਉਹੀ ਚੀਜ਼ ਹੁੰਦੀ ਆ ਜਿਹੜੀ ਇਸ ਤਰ੍ਹਾਂ ਡਿਜ਼ਾਈਨ ਕੀਤੀ ਜਾਂਦੀ ਵੀ ਫੈਲੀ ਜਾਵੇ, ਠੀਕ ਆ ਬਈ। ਸਾਰੇ ਜਾਣਿਆਂ ਨੇ ਇਹ ਗੱਲ ਨੋਟ ਕਰ ਲੈਣੀ ਆ। ਚਲੋ ਵੀ ਫਿਰ ਅਗਲਾ ਪ੍ਰਸ਼ਨ ਦੇਖੋ ਜੀ, ਹੇਠ ਲਿਖਿਆਂ ਵਿੱਚੋਂ ਸਭ ਤੋਂ ਵੱਡੀ ਮੈਮਰੀ ਕਿਹੜੀ ਹੁੰਦੀ ਹੈ? ਹਾਂਜੀ, ਕਿਹੜੀ ਹੁੰਦੀ ਹੈ? ਤਾਂ ਤੁਹਾਡਾ ਆਪਸ਼ਨ ਨੰਬਰ A ਐਗਜ਼ਾਬਾਈਟ ਹੁੰਦੀ ਹੈ, ਬਿਲਕੁਲ ਰਾਈਟ ਆਨਸਰ ਆ ਜੂ, ਠੀਕ ਆ ਬਈ। ਐਗਜ਼ਾਬਾਈਟ ਵਿੱਚ ਜਿਹੜੇ ਹੁੰਦੇ 1024 ਕੀ ਹੁੰਦਾ? ਪੈਟਾਬਾਈਟ ਹੁੰਦੀਆਂ ਨੇ ਐਗਜ਼ਾਬਾਈਟ ਵਿੱਚ। ਪੈਟਾਬਾਈਟ ਵਿੱਚ 1024 ਟੈਰਾਬਾਈਟ ਹੁੰਦੀਆਂ ਨੇ। ਟੈਰਾਬਾਈਟ ਵਿੱਚ 1024 ਗੀਗਾਬਾਈਟ ਹੁੰਦੀਆਂ ਨੇ, GB ਹੁੰਦੀਆਂ ਨੇ, ਠੀਕ ਆ ਬਈ।
ਤਾਂ EV ਵੀ ਕਹਿੰਦੇ ਇਹਨੂੰ, PV ਕਹਿੰਦੇ ਆ ਇਹਨੂੰ TV ਕਹਿੰਦੇ ਆ, ਇਹਨੂੰ GB ਕਹਿੰਦੇ, ਸਾਰਿਆਂ ਨੂੰ ਪਤਾ ਹੀ ਹੋਣਾ। ਇਹ ਤਾਂ ਸਭ ਤੋਂ ਇਹਨਾਂ ਵਿੱਚ ਹੇਠ ਲਿਖਿਆ ਵਿੱਚੋਂ ਕਹਿਣਾ ਮੈਂ ਇੱਕ ਦੋ ਮੈਮਰੀ ਹੋਰ ਵੀ ਵੱਡੀਆਂ ਹੋਣਗੀਆਂ, ਤਾਂ ਮੈਂ ਤੁਹਾਨੂੰ ਦੱਸ ਦੇਣਾ ਐਗਜ਼ਾਬਾਈਟ ਸਭ ਤੋਂ ਵੱਡੀ ਹੁੰਦੀ ਆ, ਉਦੋਂ ਛੋਟੀ ਹੁੰਦੀ ਆ ਪੈਟਾਬਾਈਟ, ਉਦੋਂ ਛੋਟੀ ਹੁੰਦੀ ਆ ਟੈਰਾਬਾਈਟ, ਉਦੋਂ ਛੋਟੀ ਹੁੰਦੀ ਆ ਗੀਗਾਬਾਈਟ। ਸਾਰੇ ਜਾਣੇ ਨੋਟ ਕਰ ਲਈ ਇਹ ਗੱਲ। ਇਹਨਾਂ ਸਾਰਿਆਂ ਵਿੱਚ ਐਗਜ਼ਾਬਾਈਟ ਵਿੱਚ 1024, ਪੈਟਾਬਾਈਟ ਵਿੱਚ 1024, ਟੈਰਾਬਾਈਟ ਵਿੱਚ 1024, ਗੀਗਾਬਾਈਟ। ਬਸ ਇਹ ਤੁਸੀਂ ਯਾਦ ਰੱਖ ਲੈਣਾ, ਠੀਕ ਆ ਜੀ। ਅੱਗੇ ਚਲੋ ਜੀ। ਹਾਂਜੀ, ਫੋਰਟਰਨ ਭਾਸ਼ਾ ਹੇਠ ਲਿਖਿਆਂ ਵਿੱਚੋਂ ਕਿਹੜੇ ਕੰਮ ਲਈ ਵਰਤੀ ਜਾਂਦੀ ਹੈ? ਤਾਂ ਤੁਹਾਡਾ ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਆ ਜੂ। ਇਹ ਬਈ ਸਾਇੰਟੀਫਿਕ ਕੰਮਾਂ ਲਈ ਬਣਾਈ ਗਈ ਸੀ ਵਰਤਣ ਲਈ, ਠੀਕ ਆ ਬਈ। ਹੋਰ ਵੀ ਕੰਮਾਂ ਲਈ ਪ੍ਰਯੋਗ ਕੀਤੀ ਜਾਂਦੀਆਂ ਤਾਂ ਹੁਣ ਤਾਂ ਮੇਨ ਪਰ ਸਾਇੰਟੀਫਿਕ ਕੰਮਾਂ ਲਈ ਬਣਾਈ ਗਈ ਸੀਗੀ, ਠੀਕ ਹੈ। ਸਾਰਿਆਂ ਨੋਟ ਕਰਨ। ਭਾਸ਼ਾ ਹੈਗੀ ਆਪਣੀ ਕੰਪਿਊਟਰ ਦੀ ਇੱਕ ਫੋਰਟਰਨ। ਅਤੇ ਬਿਜ਼ਨਸ ਕੰਮਾਂ ਲਈ ਕਿਹੜੀ ਵੱਧ ਵਰਤੀ ਜਾਂਦੀ ਆ? ਉਹ ਹੁੰਦੀ ਆ ਵੀ ਆਪਣੀ ਕੋਬਲ ਲੈਂਗੁਏਜ, ਸਾਰਿਆਂ ਨੂੰ ਪਤਾ ਹੀ ਹੋਣਾ। ਉਹ ਕਿਹੜੇ ਕੰਮਾਂ ਲਈ ਵੱਧ ਵਰਤੀ ਜਾਂਦੀ ਆ? ਬਿਜ਼ਨਸ ਕੰਮਾਂ ਲਈ। ਇਹ ਵੀ ਸਾਰੇ ਜਾਣੇ ਨੇ ਇਹ ਗੱਲ ਨੋਟ ਕਰ ਲੈਣੀ ਹੈ, ਠੀਕ ਆ ਜੀ। ਚਲੋ ਵੀ ਅਗਲਾ ਪ੍ਰਸ਼ਨ ਦੇਖੋ ਜੀ। ਪ੍ਰਿੰਟਰ ਦੀ ਰੈਜੋਲਿਊਸ਼ਨ ਨੂੰ ਕਿਵੇਂ ਮਾਪਿਆ ਜਾਂਦਾ ਹੈ? ਜੀ? ਤਾਂ ਤੁਹਾਡਾ ਰਾਈਟ ਆਪਸ਼ਨ ਆ ਜਾਊਗਾ ਡਾਟਸ ਇਨ ਇੰਚ, ਠੀਕ ਆ ਵੀ। ਇਹਦੀ ਮੰਨਣਾ ਵੀ ਮਾਪ ਕਰਨਾ ਵੀ ਕਿਵੇਂ ਕੁਆਲਿਟੀ ਦਾ ਰੈਜੋਲਿਊਸ਼ਨ, ਤੁਹਾਨੂੰ ਪਤਾ ਰੈਜੋਲਿਊਸ਼ਨ ਦਾ ਪਤਾ ਹੀ ਸਾਰੇ ਹੋਣਾ। ਕਿੰਨੇ ਆਪਾਂ ਕਹਿੰਦੇ ਫੋਟੋ ਕਿੰਨੇ ਰੈਜੋਲਿਊਸ਼ਨ ਦੀ ਆ, ਵੀਡੀਓ ਕਿੰਨੇ ਰੈਜੋਲਿਊਸ਼ਨ ਦੀ ਬਣਾਉਣੀ ਆ, ਠੀਕ ਆ ਬਈ। ਤਾਂ ਕਿਵੇਂ ਮਾਪਿਆ ਜਾਂਦਾ ਵੀ ਇਹ, ਜਿਵੇਂ ਇੰਚ ਲਾ ਕੇ ਡਾਟ ਪਰ ਇੰਚ, ਠੀਕ ਆ ਬਈ। ਸਕੇਅਰ ਕਈ ਕਹਿੰਦੇ ਵੀ ਸਕੇਅਰ 'ਚ ਮਾਪਿਆ ਜਾਂਦਾ, ਤਾਂ ਬਈ ਸਕੇਅਰ 'ਚ ਰਾਈਟ ਆਪਸ਼ਨ ਨਹੀਂ ਆਉਣਾ। ਜੇ ਤੁਹਾਨੂੰ ਸਕੇਅਰ ਵੀ ਪਿਆ ਹੋਵੇ, ਇੰਚ ਵੀ ਪਿਆ ਹੋਵੇ, ਤੁਸੀਂ ਇੰਚ ਲਾ ਕੇ ਆਉਣਾ। ਡਾਟਸ ਇਨ ਇੰਚ ਵਿੱਚ ਮਾਪਿਆ ਜਾਂਦਾ, ਠੀਕ ਆ ਬਈ। ਇਹ ਸਾਰੇ ਜਾਣੇ ਨੇ ਗੱਲ ਨੋਟ ਕਰ ਲੈਣੀ ਆ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 15 ਦੇਖੋ ਜੀ। ਆਹ ਗਲਤ ਲਿਖਿਆ ਹੋਇਆ, ਠੀਕ ਆ ਵੀ। ਥੋੜ੍ਹਾ ਜਿਹਾ ਇੱਥੇ ਕੀ ਆਉਣਾ ਸੀਗਾ, ਪ੍ਰਸ਼ਨ ਆਪਣਾ ਗਲਤ ਲਿਖਿਆ ਹੋਇਆ। ਇੱਥੇ ਆਉਣਾ ਸੀ GIGO, ਠੀਕ ਆ ਵੀ। GIGO ਕਿਸ ਨਾਲ ਸੰਬੰਧਿਤ ਆ? ਤਾਂ ਉਰੇ GIGO ਕਰ ਲਿਓ। ਇਹ ਥੋੜ੍ਹਾ ਜਿਹਾ ਗਲਤ ਲਿਖਿਆ ਹੋਇਆ, ਇਹ ਵੀ ਆਪਣਾ ਸੰਬੰਧਿਤ ਆ। ਤਾਂ ਆਪਸ਼ਨ ਨੰਬਰ C ਬਿਲਕੁਲ ਰਾਈਟ ਆਨਸਰ ਔਕਰੇਸੀ। ਕੀ ਹੁੰਦਾ ਵੀ ਇਹ ਗੀਗੋ? ਕੀ ਹੁੰਦਾ ਇਹ GIGO? ਕੀ ਹੁੰਦਾ ਇਹ ਹੁੰਦਾ ਵੀ ਆਪਣਾ ਜਦੋਂ ਵੀ ਇਹਦਾ ਫੁੱਲ ਫਾਰਮ ਆਉਂਦੀ ਹੁੰਦੀ ਆ ਗਾਰਬੇਜ ਇਨ ਗਾਰਬੇਜ ਆਊਟ, ਗਾਰਬੇਜ ਆਊਟ ਇਹਦੀ ਫੁੱਲ ਫਾਰਮ ਆ। ਸਾਰੇ ਜਾਣੇ ਨੋਟ ਕਰ ਲੈਣੀ ਆ, ਠੀਕ ਆ ਬਈ। ਅਤੇ ਕੀ ਹੁੰਦਾ ਬਈ, ਤਾਂ ਇਹ ਆਪਣੇ ਮੰਨ ਲਓ ਵੀ ਆਪਾਂ ਕੋਈ ਗਲਤ ਇਨਪੁੱਟ ਦਿੰਦੇ ਆਗੇ, ਗਲਤ ਇਨਪੁੱਟ ਦਿੰਦੇ ਆਗੇ ਕੋਈ ਵੀ ਕੰਪਿਊਟਰ ਨੂੰ, ਅਤੇ ਆਪਾਂ ਨੂੰ ਪਤਾ ਵੀ ਉਹਦੀ ਗਲਤ ਹੀ ਆਊਟਪੁੱਟ ਨਿਕਲੂਗੀ। ਫਿਰ ਗਲਤ ਇਨਪੁੱਟ ਦੇਤੀ ਤਾਂ ਆਪਣੀ ਗਲਤ ਆਊਟਪੁੱਟ ਨਿਕਲੂਗੀ, ਹੈ ਨਾ, ਠੀਕ ਆ। ਇਹ ਗੱਲ ਤਾਂ ਪਤਾ ਲੱਗ ਗਈ ਸਾਰਿਆਂ ਨੂੰ। ਤਾਂ ਵੀ ਜਿਹੜਾ ਵੀ ਇਹਨੂੰ ਨੋਟ ਕਰਦਾ ਵੀ ਗਲਤ ਇਨਪੁੱਟ ਦਿੱਤੀ ਆ ਤਾਂ ਗਲਤ ਆਊਟਪੁੱਟ ਨਿਕਲੂਗੀ। ਤਾਂ ਆਪਾਂ ਨੂੰ ਕਈ ਥਾਵਾਂ 'ਤੇ ਐਰਰ ਵੀ ਦਿਖਾਉਂਦਾ ਹੁੰਦਾ। ਇਹ ਸਾਰਾ ਇਹ ਚੀਜ਼ਾਂ ਦੱਸਦਾ ਹੁੰਦਾ ਆਪਣੇ GIGO, ਠੀਕ ਆ ਵੀ। ਗਾਰਬੇਜ ਇਨ ਗਾਰਬੇਜ ਆਊਟ, ਠੀਕ ਆ। ਤਾਂ ਕਰਕੇ ਢੁਕਵਾਂ ਐਕੂਰੇਸੀ ਕੀ ਹੁੰਦਾ ਵੀ ਢੁਕਵਾਂ ਵੀ ਠੀਕ ਤਰ੍ਹਾਂ ਦੱਸਦਾ ਗਾ ਇਹ। ਹਾਂ ਵੀ ਗਲਤ ਆ, ਤੁਸੀਂ ਗਲਤ ਦਿੱਤਾ ਗਲਤ, ਸਹੀ ਦਿੱਤਾ ਸਹੀ ਇਨਪੁੱਟ ਆਊਗੀ, ਠੀਕ ਆ। ਤਾਂ ਹੀ ਤਾਂ ਨਾਮ ਇਹਦਾ ਇਹੋ ਜਿਹਾ ਗਾਰਬੇਜ ਇਨ ਗਾਰਬੇਜ ਆਊਟ। ਸਾਰੇ ਜਾਣੇ ਨੇ ਇਹ ਗੱਲ ਨੋਟ ਕਰ ਲੈਣੀ ਆ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 16 ਦੇਖੋ ਜੀ। ਕੰਪਿਊਟਰ ਨੂੰ ਸਟਾਰਟ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੀ ਮੈਮਰੀ ਐਕਟੀਵੇਟ ਹੁੰਦੀ ਹੈ? ਠੀਕ ਹੈ ਜੀ, ਐਕਟਿਵ ਹੁੰਦੀ ਆ। ਸਭ ਤੋਂ ਪਹਿਲਾਂ ਕਿਹੜੀ ਮੈਮਰੀ ਹੁੰਦੀ ਆ? ਤਾਂ ਤੁਹਾਡਾ ਭਾਈ ਆਪਸ਼ਨ ਨੰਬਰ C ਬਿਲਕੁਲ ਰਾਈਟ ਆਨਸਰ ਆ ਜੂ ਬਾਇਓਜ਼ ਮੈਮਰੀ, ਠੀਕ ਆ ਬਈ। ਬਿਲਕੁਲ ਰਾਈਟ ਆਨਸਰ ਆ ਜੂ। ਸਭ ਤੋਂ ਪਹਿਲਾਂ ਐਕਟੀਵੇਟ ਹੁੰਦੀ ਆ, ਠੀਕ ਆ ਬਈ। ਅਤੇ ਬਈ ਇਹ ਜਿਹੜੀ ਮੰਨ ਲਓ ਵੀ ਥੋੜ੍ਹਾ ਜਿਹਾ ਟਾਈਮ ਟੂਮ ਹੁੰਦਾ ਕੰਪਿਊਟਰ ਦਾ, ਟਾਈਮ ਡੇਟ, ਉਹ ਇਹ ਮੈਮਰੀ ਦੇ ਆਪਰੇਸ਼ਨ ਆ ਜਾਂਦਾ ਹੁੰਦਾ। ਟਾਈਮ ਡੇਟ ਕਿਹਦੇ? ਇਹ ਬਾਇਓਜ਼ ਮੈਮਰੀ ਦੇ ਉਹ ਹੇਠ ਹੁੰਦਾ, ਬਾਇਓ ਮੈਮਰੀ ਵਿੱਚ ਆਉਂਦਾ ਟਾਈਮ ਡੇਟ ਸਾਰਾ, ਠੀਕ ਆ ਬਈ। ਰੋਮ ਅਤੇ ਰੈਮ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਸਕਦਾ। ਜਿਹੜੀ ਬਾਇਓ ਹੁੰਦੀ ਹੈ ਇੱਕ ਤਰ੍ਹਾਂ ਦੀ ਰੈਮ ਹੀ ਹੁੰਦੀ ਆ। ਮੰਨ ਲਓ ਤੁਸੀਂ ਕੋਈ ਵੀ ਪ੍ਰੋਗਰਾਮ ਚਲਾਤਾ ਭਾਈ, ਲਾਈਟ ਵਗ ਗਈ, ਠੀਕ ਆ, ਕੰਪਿਊਟਰ ਆਪਣਾ ਬੰਦ ਹੋ ਗਿਆ, ਲਾਈਟ ਵਗ ਗਈ, ਕੰਪਿਊਟਰ ਆਪਣਾ ਬੰਦ ਹੋ ਗਿਆ ਸਾਰਾ, ਅਤੇ ਬੰਦ ਹੋ ਗਿਆ। ਜਿਹੜੇ ਵੀ ਮੰਨ ਲਓ ਦੁਬਾਰਾ ਚਲਾਵਾਂਗੇ ਸਭ ਤੋਂ ਪਹਿਲਾਂ ਐਕਟੀਵੇਟ ਆ ਹੋਊਗੀ, ਅਤੇ ਇਹ ਜਿਹੜਾ ਡਾਟਾ ਹੈਗਾ ਜਿਹੜਾ ਬਾਇਓ ਦੇ ਵਿੱਚ ਪਿਆ ਉਹ ਫਿਰ ਹੌਲੀ ਹੌਲੀ ਰੈਮ 'ਚ ਜਾਊਗਾ, ਠੀਕ ਆ ਵੀ। ਫਿਰ ਆਪਾਂ ਨੂੰ ਸਾਰਾ ਚੀਜ਼ ਚੱਲੂਗੀ ਸਾਰੀ, ਠੀਕ ਆ ਵੀ। ਇਸ ਕਰਕੇ ਸਭ ਤੋਂ ਪਹਿਲਾਂ ਕਿਹੜੀ ਮੈਮਰੀ ਉਹ ਹੁੰਦੀ ਹੈਗੀ ਐਕਟੀਵੇਟ? ਬਾਇਓ ਮੈਮਰੀ ਹੁੰਦੀ ਹੈ, ਠੀਕ ਆ ਵੀ। ਸਾਰੇ ਜਾਣੇ ਨੇ ਇਹ ਗੱਲ ਨੋਟ ਕਰ ਲੈਣੀ ਆ। ਚਲੋ ਜੀ 17ਵਾਂ ਪ੍ਰਸ਼ਨ ਦੇਖੋ ਜੀ। ਹੇਠ ਲਿਖਿਆਂ ਵਿੱਚੋਂ ਯੂਟੀਲਿਟੀ ਸਾਫਟਵੇਅਰ ਕਿਹੜਾ ਹੈ? ਹਾਂਜੀ, ਕਿਹੜਾ ਹੈ? ਤਾਂ ਤੁਹਾਡਾ ਆਪਸ਼ਨ ਨੰਬਰ C ਬਿਲਕੁਲ ਰਾਈਟ ਆਨਸਰ ਆ ਜੂ ਡਿਸਕ ਕਲੀਨਰ ਆ। ਇਹ ਆਪਣਾ ਯੂਟੀਲਿਟੀ ਸਾਫਟਵੇਅਰ ਹੁੰਦਾ। ਉਹ ਯੂਟੀਲਿਟੀ ਸਾਫਟਵੇਅਰ ਕੀ ਹੁੰਦੇ ਆ? ਇਹ ਬਈ ਇਹ ਬਣਾਏ ਜਾਂਦੇ ਹੈਗੇ ਆਪਣੇ ਜਿਹੜਾ ਉਹ ਹੁੰਦਾ ਹੈਗਾ ਕੰਪਿਊਟਰ ਹੁੰਦਾ, ਕੰਪਿਊਟਰ ਦਾ ਜਿਹੜਾ ਇਨਫਰਾਸਟਰਕਚਰ ਨਹੀਂ ਹੁੰਦਾ, ਇਨਫਰਾਸਟਰਕਚਰ ਹੁੰਦਾ ਜਿਹੜਾ ਸਾਰਾ ਸਟਰਕਚਰ ਹੁੰਦਾ, ਉਹਨੂੰ ਸੁਰੱਖਿਆ ਦੇਣ ਲਈ ਬਣਾਏ ਜਾਂਦੇ ਆ। ਇਨਫਰਾਸਟਰਕਚਰ ਨੂੰ ਵੀ ਸਪੋਰਟ ਕਰਦੇ ਹਨ, ਠੀਕ ਆ, ਉਹਦੇ ਇਨਫਰਾਸਟਰਕਚਰ ਨੂੰ ਸਾਰੇ ਨੂੰ। ਅਤੇ ਬਈ ਇਹ 5 ਤਰ੍ਹਾਂ ਦੇ ਹੁੰਦੇ ਆ, 5 ਤਰ੍ਹਾਂ ਦੇ ਮੰਨੇ ਜਾਂਦੇ ਆ, ਠੀਕ ਆ, ਆਮ ਤੌਰ 'ਤੇ। ਜਿਹੜਾ ਆਪਣੇ ਯੂਟੀਲਿਟੀ ਸਾਫਟਵੇਅਰ ਹੁੰਦੇ ਹੈਗੇ, ਇਹ ਜਿਹੜਾ ਕੰਪਿਊਟਰ ਦਾ ਆਪਣਾ ਸੋਫਟਵੇਅਰ ਹੁੰਦਾ, ਸਾਰਾ ਸਿਸਟਮ ਹੁੰਦਾ, ਉਹਨੂੰ ਕਹਿੰਦਾ ਸੁਰੱਖਿਆ ਦੇਣ ਲਈ, ਸਪੋਰਟ ਕਰਨ ਲਈ ਬਣਾਏ ਜਾਂਦੇ ਯੂਟੀਲਿਟੀ ਸਾਫਟਵੇਅਰ। ਕਹਿੰਦੇ ਨੇ ਵੀ ਵਧੀਆ ਚੱਲ ਸਕੇ, ਬਸ ਉਹ ਯੂਟੀਲਿਟੀ ਸਾਫਟਵੇਅਰ ਬਣਾਏ ਜਾਂਦੇ ਹੈਗੇ। ਇਹ 5 ਤਰ੍ਹਾਂ ਦੇ ਮੰਨੇ ਜਾਂਦੇ ਆ, ਠੀਕ ਆ ਜੀ।
ਤੇ ਆਪਣਾ ਜਿਹੜਾ ਲੋਡਰ ਹੈ ਇਹ ਕਿਹੜਾ ਸੌਫਟਵੇਅਰ ਆ ਭਾਈ, ਤੇ ਆਪਣਾ ਹੈਗਾ ਸਿਸਟਮ ਸੌਫਟਵੇਅਰ। ਠੀਕ ਆ, ਸਾਰੇ ਜਾਣੇ ਨੋਟ ਕਰ ਲੈਣੇ। ਟੈਲੀ ਤੁਹਾਨੂੰ ਪਤਾ ਹੀ ਹੋਣਾ ਬਈ ਆਪਣਾ ਐਪਲੀਕੇਸ਼ਨ ਸੌਫਟਵੇਅਰ ਆ। ਐਪਲੀਕੇਸ਼ਨ ਸੌਫਟਵੇਅਰ ਹੁੰਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਲਈ ਬਣਾਇਆ ਜਾਂਦਾ ਸਿਰਫ। ਠੀਕ ਆ ਬਈ, ਸਾਰੇ ਜਾਣੇ ਨੇ ਇਹ ਵੀ ਗੱਲ ਨੋਟ ਕਰ ਲੈਣੀ ਆ। ਚਲੋ ਜੀ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 18 ਦੇਖੋ ਜੀ। ਸਭ ਤੋਂ ਪਹਿਲੇ ਸਰਚ ਇੰਜਨ ਦਾ ਨਾਮ ਕੀ ਸੀ? ਸਭ ਤੋਂ ਪਹਿਲੇ ਸਰਚ ਇੰਜਨ ਦਾ ਨਾਮ ਕੀ ਸੀ? ਤਾਂ ਦੱਸੋ ਵੀ ਕੀ ਸੀ? ਤਾਂ ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਨਸਰ ਆਜੂ। ਆਸੀ ਬਿਲਕੁਲ ਰਾਈਟ ਆਨਸਰ। ਠੀਕ ਆ ਬਈ, ਸਾਰਿਆਂ ਨੇ ਨੋਟ ਕਰ ਲੈਣਾ। ਅਤੇ ਸਭ ਤੋਂ ਵੱਡਾ ਸਰਚ ਇੰਜਨ ਕਿਹੜਾ ਇਸ ਵਕਤ ਕੀ ਆ ਜੇ? ਗੂਗਲ ਆ। ਠੀਕ ਆ ਬਈ, ਗੂਗਲ ਆ। ਗੂਗਲ ਅਤੇ ਬਾਇਡੂ ਆ ਜਿਹੜਾ ਇਹ ਚਾਈਨਾ ਦਾ। ਠੀਕ ਆ ਬਈ, ਇਹ 'ਚ ਹੈਗਾ ਚਾਈਨਾ ਦਾ। ਇਹ ਵੀ ਤੁਸੀਂ ਚਾਈਨਾ ਦਾ ਕਿਹੜਾ ਇਹ ਵੀ ਪੁੱਛ ਲੈਂਦੇ ਆ। ਸਭ ਤੋਂ ਵੱਡਾ ਗੂਗਲ ਆ। ਗੂਗਲ ਬਾਰੇ ਹੋਰ ਦੇਖੋ ਜੀ। ਗੂਗਲ ਦੀ ਸਥਾਪਨਾ ਹੋਈ ਸੀ 1998 ਵਿੱਚ ਹੋਈ ਸੀ ਗੂਗਲ ਦੀ ਸਥਾਪਨਾ। ਠੀਕ ਆ ਬਈ, ਕਿੱਥੇ ਹੋਈ ਸੀ? ਕੈਲੀਫੋਰਨੀਆ US ਵਿੱਚ ਹੋਈ ਸੀ। 1998 ਕੈਲੀਫੋਰਨੀਆ US ਵਿੱਚ ਹੋਈ ਸੀ। ਅਤੇ ਇਹਦੇ ਜਿਹੜੇ ਫਾਊਂਡਰ ਨੇ ਸਾਰਿਆਂ ਨੂੰ ਪਤਾ ਹੀ ਹੋਣਾ, ਉਹ ਤਾਂ ਲੈਰੀ ਪੇਜ ਸੀ। ਠੀਕ ਆ ਬਈ, ਲੈਰੀ ਪੇਜ। ਅਤੇ ਇੱਕ ਸੀਗਾ ਆਪਣਾ ਸਰਜੇ ਬਰਿਨ ਸੀ। ਠੀਕ ਆ ਬਈ, ਸਰਜੇ ਬਰਿਨ ਸੀ। ਠੀਕ ਆ, ਸਾਰਿਆਂ ਨੇ ਗੱਲਾਂ ਨੋਟ ਕਰ ਲੈਣੇ, ਬਹੁਤ ਇੰਪੋਰਟੈਂਟ ਗੱਲਾਂ ਨੇ। ਅਤੇ ਪਹਿਲਾ ਸੀ ਅਰਸੇ ਅਤੇ ਬਈ ਦੂਸਰਾ ਸਭ ਤੋਂ ਵੱਡਾ ਜੇ ਆ ਜੇ ਤਾਂ ਗੂਗਲ ਸੀਗਾ। ਅਤੇ ਚਾਈਨਾ ਦੇ ਪੁੱਛ ਲੈਣ ਤਾਂ ਬਾਇਡੂ ਹੈ ਚਾਈਨਾ ਦਾ। ਠੀਕ ਆ, ਚਾਈਨਾ ਦਾ ਇਹ ਸਰਚ ਇੰਜਨ ਆ। ਅਤੇ ਜਿਹੜਾ ਗੂਗਲ ਸੀ 1998 ਵਿੱਚ ਬਣਾਇਆ ਗਿਆ ਸੀ ਸਭ ਤੋਂ ਪਹਿਲਾਂ, ਹੈ ਨਾ ਵੀ। ਅਤੇ ਕੈਲੀਫੋਰਨੀਆ US ਵਿੱਚ ਲੈਰੀ ਪੇਜ ਅਤੇ ਸਰਜੇ ਬਰਿਨ ਨੇ ਮਿਲ ਕੇ ਬਣਾਇਆ ਸੀ ਦੋਨਾਂ ਨੇ। ਠੀਕ ਹੈ, ਸਾਰੇ ਜਾਣੇ ਨੇ ਇਹ ਗੱਲ ਨੋਟ ਕਰ ਲੈਣੀ ਹੈ। ਚਲੋ ਵੀ ਫਿਰ ਅਗਲਾ ਪ੍ਰਸ਼ਨ ਦੇਖੀਏ। ਹਾਂਜੀ, ਪ੍ਰਸ਼ਨ ਨੰਬਰ 19 .com ਕੀ ਹੈ? ਬਈ ਕੀ ਹੈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਤਾਂ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆਜੂ। ਠੀਕ ਆ ਬਈ, ਡੋਮੇਨ ਨੇਮ ਆ। ਠੀਕ ਆ ਬਈ, ਇਹ ਡੋਮੇਨ ਨੇਮ ਇਕੱਲਾ .com ਹੀ ਨਹੀਂ ਹੈਗਾ। ਇਨ ਹੋ ਗਿਆ ਆਪਣਾ। ਠੀਕ ਆ, ਕੁਛ ਵੀ ਹੋ ਸਕਦਾ, ਕੁਛ ਵੀ ਖਾਸੇ ਤਰ੍ਹਾਂ ਦੇ ਹੁੰਦੇ ਆ ਇਹ ਡੋਮੇਨ ਨੇਮ। ਕਈ ਤਰ੍ਹਾਂ ਦੇ ਮਿਲ ਜਾਂਦੇ ਹੈਗੇ, ਤੁਸੀਂ ਖਰੀਦ ਵੀ ਸਕਦੇ ਹੋ। ਬਥੇਰੀਆਂ ਸਾਈਟਾਂ ਵੇਚਦੀਆਂ ਨੇ। ਠੀਕ ਆ ਬਈ, ਇੰਨੇ ਵਾਲੇ ਇੰਡੀਆ ਨਾਲ ਆ ਸੀ ਕਮਰਸ਼ੀਅਲ ਹੁੰਦਾ ਹੈਗੇ .com। ਠੀਕ ਆ ਬਈ, ਕੁਛ ਵੀ ਲੈ ਸਕਦੇ ਹੋ, ਤੁਹਾਡੀ ਮਰਜ਼ੀ ਆ। ਅਤੇ ਸਾਰਿਆਂ ਨੂੰ ਪਤਾ ਲੱਗ ਗਿਆ। ਅਤੇ ਪ੍ਰੋਟੋਕੋਲ ਕੀ ਹੁੰਦੀ ਆ ਬਈ? ਪ੍ਰੋਟੋਕੋਲ ਕੋਈ ਵੀ ਇਹ ਚੀਜ਼, ਕਿਸੇ ਵੀ ਚੀਜ਼ 'ਚ ਲਾ ਲਓ, ਇੰਟਰਨੈਟ ਵਿੱਚ ਆਪਣੀ HTTP ਹੁੰਦੀ ਹੈਗੀ ਮੇਨ। ਇਹਦੀ ਫੁੱਲ ਫਾਰਮ ਕੀ ਆ? ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਹੁੰਦੀ ਹੈਗੀ ਇਹ। ਅਤੇ ਆਪਣੇ ਪ੍ਰੋਟੋਕੋਲ ਕੋਈ ਵੀ ਚੀਜ਼ ਆ ਜਿਹੜੀ ਜੋੜਦੀ ਆ। ਮੰਨ ਲਓ ਵੀ ਤੁਸੀਂ ਹੁਣ ਕੋਈ ਡਾਟਾ ਹੁਣ ਮੰਨ ਲਓ ਇੱਥੋਂ ਭਰਿਆ, ਉਹ ਸਰਵਰ ਨਾਲ ਜਿਹੜਾ ਜੋੜਿਆ ਉਹਨੂੰ ਸਰਵਰ ਚੱਕਿਆ, ਫਿਰ ਤੁਹਾਨੂੰ ਗੂਗਲ 'ਤੇ ਮਿਲੂਗਾ ਨਾ ਡਾਟਾ, ਫਿਰ ਪੇਜ 'ਤੇ ਮਿਲੂਗਾ ਤੁਹਾਨੂੰ ਡਾਟਾ। ਇਹ ਜਿਹੜੀ ਸਾਰੀ ਚੀਜ਼ ਨੂੰ ਜੋੜਦੀ ਆ, ਇਹ ਪ੍ਰੋਟੋਕੋਲ ਹੁੰਦੀ ਆ। ਠੀਕ ਆ ਬਈ, ਪ੍ਰੋਟੋਕੋਲ ਕੁਛ ਵੀ ਕਹਿ ਸਕਦੇ ਹੋ, ਹਰੇਕ ਨਹੀਂ। ਪ੍ਰੋਟੋਕੋਲ ਕਿਸੇ ਵੀ ਚੀਜ਼ ਵਿੱਚ ਜੁੜ ਸਕਦੀ ਆ। ਪ੍ਰੋਟੋਕੋਲ ਇਸ ਇੰਟਰਨੈਟ ਵਿੱਚ HTTP ਮਸ਼ਹੂਰ ਆ। ਠੀਕ ਆ ਵੀ, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ, ਬਸ ਇਹਨੂੰ ਯਾਦ ਰੱਖਣਾ। ਐਕਸਟੈਂਸ਼ਨ ਨੇਮ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਠੀਕ ਹੈ ਜੀ, ਚਲੋ ਅਗਲਾ ਪ੍ਰਸ਼ਨ ਦੇਖੀਏ ਆਪਾਂ ਫਿਰ। ਹਾਂਜੀ, ਆਖਰੀ ਪ੍ਰਸ਼ਨ ਦੇਖੋ ਵੀ। ਪ੍ਰਸ਼ਨ ਨੰਬਰ 20 ਓਪਰੇਟਿੰਗ ਸਿਸਟਮ ਸਭ ਤੋਂ ਪਹਿਲਾਂ ਕਿਹੜੇ ਜਨਰੇਸ਼ਨ ਵਿੱਚ ਵਰਤਿਆ ਗਿਆ ਸੀ? ਦੱਸੋ ਵੀ ਕਿਹੜੇ ਜਨਰੇਸ਼ਨ ਵਿੱਚ ਵਰਤਿਆ ਗਿਆ ਸੀ? ਤਾਂ ਤੁਹਾਡਾ ਆਪਸ਼ਨ ਨੰਬਰ A 3rd ਜਨਰੇਸ਼ਨ ਵਿੱਚ ਵਰਤਿਆ ਗਿਆ ਸੀ। ਬਿਲਕੁਲ ਰਾਈਟ ਆਨਸਰ ਆਜੂ। ਸਾਰੇ ਜਾਣੇ ਨੋਟ ਕਰ ਲੈਣੇ। ਠੀਕ ਆ ਬਈ, ਤਾਂ ਬਈ ਦੇਖੋ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਸਟਾਰਟ ਹੁੰਦੀ ਆ। ਤੁਹਾਨੂੰ ਜਿੰਨੇ ਵੀ ਪ੍ਰਸ਼ਨ ਕਰਾਇਆ ਸਾਰੇ ਬੇਸਿਕ ਆ, ਜਿਹੜੀ ਆਪਣੀ ਕੰਪਿਊਟਰ ਦੇ ਫੰਡਾਮੈਂਟਲ ਹੁੰਦੇ ਨਾ, ਫੰਡਾਮੈਂਟਲ ਬੇਸਿਕ, ਇਹਦੇ ਸਾਰੇ ਬਹੁਤ ਇੰਪੋਰਟੈਂਟ ਹਨ। ਕਹੇ ਤੁਹਾਨੂੰ ਇੱਕ ਦੋ ਬੇਸਿਕ ਦੀਆਂ ਹੋਰ ਵੀਡੀਓ ਪਾ ਦਾਂਗੇ ਇਹੋ ਜਿਹੀਆਂ, ਅਤੇ ਤੁਹਾਨੂੰ MS ਵਰਡ ਦੀ ਵੀ ਪਾਵਾਂਗੇ। ਠੀਕ ਆ ਬਈ, ਜਿਹੜੇ ਵੀ ਥੋੜ੍ਹਾ ਸਿਲੇਬਸ ਬਣਦਾ ਗਾ ਉਹ ਸਾਰਾ ਯਾਨੀ ਕਿ ਕੇਰਾਂ ਤਾਂ ਪਾਵਾਂਗੇ। ਠੀਕ ਆ, ਜਿੰਨਾ ਵੀ ਆਪਣੀ ਗੁੰਜਾਇਸ਼ ਬਣੀ। ਅਤੇ ਬਈ ਤੁਹਾਨੂੰ ਸਾਰੇ ਜਿਹੜੇ ਕਰਾਵਾਂਗੇ ਇੰਪੋਰਟੈਂਟ ਕੁਐਸਚਨ ਕਰਾਵਾਂਗੇ। ਇੰਪੋਰਟੈਂਟ ਕੁਐਸਚਨਾਂ ਦੇ ਨਾਲ ਜਿਹੜੀ ਵੀ ਨੌਲੇਜ ਦੇਵਾਂਗੇ ਉਹ ਸਾਰੀ ਸਹੀ ਦੇਵਾਂਗੇ। ਸਾਰੀ ਕੀ ਕਹਿੰਦਾ ਬਈ ਸਹੀ ਨੌਲੇਜ ਦੇਵਾਂਗੇ, ਅਤੇ ਤੁਹਾਨੂੰ ਸਾਰੀ ਇੰਪੋਰਟੈਂਟ ਨੌਲੇਜ ਦੇਵਾਂਗੇ। ਠੀਕ ਆ ਬਈ, ਇਸ ਕਰਕੇ ਧਿਆਨ ਨਾਲ ਦੇਖਿਆ ਕਰੋ ਵੀਡੀਓ ਨੂੰ, ਧਿਆਨ ਨਾਲ ਸੁਣਿਆ ਕਰੋ, ਅਤੇ ਲਾਸਟ ਤੱਕ ਦੇਖਿਆ ਕਰੋ। ਚਲੋ ਜੀ, ਫਿਰ ਅੱਜ ਦੀ ਵੀਡੀਓ ਵਿੱਚ ਆਪਣਾ ਇੰਨਾ ਹੀ। ਸਾਰਿਆਂ ਨੂੰ ਗੁੱਡ ਲੱਕ, ਧੰਨਵਾਦ।